ਬਿਲਾਵਲ ਮਹਲਾ ਪੰਜਵਾਂ। ਦਾਸ ਤੇਰੀ ਕੀ ਬੇਨਤੀ ਰਿਦ ਕਰ ਪ੍ਰਗਾਸ। ਦਾਸ ਤੇਰੇ ਕੀ ਬੇਨਤੀ ਰਿਦ ਕਰ ਪ੍ਰਗਾਸ। ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸ। ਚਰਨ ਕਮਲ ਕਾ ਆਸਰਾ ਚਰਨ ਕਮਲ ਕਾ ਆਸਰਾ। ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੋ। ਜਬ ਲਗ ਘਟ ਸਾਸ ਰਹਾਉ। ਮਾਤ ਪਿਤਾ ਬੰਦਪ ਤੂੰ ਹੈ। ਤੂੰ ਸਰਬ ਨਿਵਾਸ। ਮਾਤ ਪਿਤਾ ਬੰਦਪ ਤੂੰ ਹੈ। ਤੂੰ ਸਰਬ ਨਿਵਾਸ। ਨਾਨਕ ਪ੍ਰਭ ਸਰਨਾਗਤੀ ਜਾਂ ਕੋ ਨਿਰਮਲ ਜਾਸ। ਨਾਨਕ ਪ੍ਰਭ ਸ਼ਰਨਾਗਤੀ ਜਾਂ ਕੋ ਨਿਰਮਲ ਜਾਸ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਈਮਾਨ ਸਤਸੰਗੀ ਪਿਆਰਿਓ, ਆਪ ਬੜੇ ਵਡਭਾਗੇ ਹੋ। ਸਤਸੰਗਤ ਦੀਆਂ ਅਮੋਲਕ ਘੜੀਆਂ ਬਖਸ਼ਿਸ਼ ਹੋਈਆਂ ਨੇ। ਆਓ ਗੁਰਫਤਿਹ ਦੀ ਸਾਂਝ ਪਾਈਏ, ਵਿਚਾਰਾਂ ਦੀ ਆਰੰਭਤਾ ਕਰੀਏ। ਇੱਕੇ ਵਾਰ ਕਹਿਣ ਤੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੋ ਅੱਜ ਦੇ ਪਾਵਨ ਸ਼ਬਦ ਵਿੱਚ ਬੜੇ ਹੀ ਪ੍ਰੇਮ ਦੇ ਵਿੱਚ ਭਿੱਜ ਕੇ ਭੁੱਲੀ ਭਟਕੀ ਹੋਈ ਮਨੁੱਖਤਾ ਨੂੰ ਇੱਕ ਬੇਨਤੀ ਕਰਨ ਦਾ, ਪਰਮੇਸ਼ਰ ਪਰਮਾਤਮਾ ਨਾਲ ਜੁੜਨ ਦਾ ਤਰੀਕਾ ਸਿਖਾਉਂਦਾ ਆ। ਕਿਉਂਕਿ ਜ਼ਿੰਦਗੀ ਦੇ ਵਿੱਚ ਜੇ ਆਪਾਂ ਨਿਗਾਹ ਮਾਰ ਕੇ ਵੇਖੀਏ ਤਾਂ ਸਾਨੂੰ ਹਰ ਥਾਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਇੱਕ ਨਿਯਮ ਦੇ ਮੁਤਾਬਕ ਟੀਚਰ ਦੀ ਲੋੜ ਆ। ਹਰ ਥਾਂ ਤੇ ਉਹ ਕੇਵਲ ਹੀ ਨਹੀਂ ਹੈ ਵੀ ਸਾਨੂੰ ਸਕੂਲ ਦਾ ਟੀਚਰ ਹੀ ਚਾਹੀਦਾ। ਟੀਚਰ ਸਾਡੀ ਮਾਂ ਦਾ ਰੂਪ ਵੀ ਹੈ, ਟੀਚਰ ਬਾਪ ਦਾ ਰੂਪ ਵੀ ਹੈ, ਤੇ ਟੀਚਰ ਗੁਰੂ ਦਾ ਰੂਪ ਵੀ ਹੈ। ਟੀਚਰ ਉਹ ਖੁਦ ਪਰਮਾਤਮਾ ਵੀ ਆਪ ਹੈ, ਤੇ ਟੀਚ ਕਰਨ ਵਾਲਾ ਸਾਨੂੰ ਅਤੀ ਲੋੜੀਂਦਾ। ਤੇ ਜੇ ਆਪਾਂ ਗੁਰੂ ਦੀ ਗੱਲ ਕਰੀਏ, ਗੁਰੂ ਤਾਂ ਸਾਡਾ ਬਹੁਤ ਹੀ ਪਿਆਰਾ, ਇੰਨਾ ਕੁ ਸਿਆਣਾ ਟੀਚਰ ਆ ਜਿਹਦਾ ਭਾਵ ਅਸੀਂ ਆਪਣੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਇੱਦਾਂ ਦਾ ਪੱਖ ਨਹੀਂ ਪੇਸ਼ ਕਰ ਸਕਦੇ ਦੁਨੀਆ ਦੇ ਵਿੱਚ ਵੀ ਗੁਰੂ ਵਰਗਾ ਟੀਚਰ ਕੋਈ ਹੋਵੇ। ਤੇ ਇੱਥੇ ਗੁਰੂ ਸਾਹਿਬ ਨੇ ਇੱਕ ਬਹੁਤ ਸੋਹਣਾ ਟੀਚਰ ਬਣ ਕੇ ਸਾਨੂੰ ਸਮਝਾਇਆ। ਬਿਲਾਵਲ ਮਹੱਲਾ ਪੰਜਵਾਂ। ਜ਼ਿਕਰ ਕੀਤਾ ਚਰਨ ਕਮਲ ਕਾ ਆਸਰਾ। ਹੇ ਭਾਈ,
ਉਹ ਪ੍ਰਭੂ ਪਰਮਾਤਮਾ ਨੂੰ ਤੂੰ ਆਪਣੇ ਚਰਨਾਂ ਦਾ ਆਸਰਾ ਬਣਾ। ਚਰਨ ਕਮਲ ਕਾ ਆਸਰਾ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਭ ਪੁਰਖ ਗੁਣਤਾਸ। ਪ੍ਰਭ ਪ੍ਰਭੂ ਪੁਰਖ ਉਹ ਕੇਵਲ ਇੱਕੋ ਹੀ ਪੁਰਖ ਆ ਪਰਮਾਤਮਾ। ਗੁਣਤਾਸ ਜਿਹਦੇ ਵਿੱਚ ਗੁਣ ਹੀ ਗੁਣ ਹਨ, ਜਿਹਦੇ ਅੰਦਰ ਗੁਣ ਹੀ ਗੁਣ ਨੇ, ਉਹਦੇ ਵਿੱਚ ਅਵਗੁਣ ਕੋਈ ਨਹੀਂ ਹੈ। ਉਹਨੂੰ ਤੂੰ ਆਪਣੇ ਚਰਨਾਂ ਦਾ, ਆਪਣੇ ਕਮਲਾਂ ਦਾ ਆਸਰਾ ਬਣਾ। ਜੋ ਮੇਰੇ ਸਰੀਰ ਦੇ ਵਿੱਚ ਸਾਹ ਚੱਲ ਰਹੇ ਨੇ ਵਾਹਿਗੁਰੂ ਜੀ, ਇਹਨਾਂ ਸਾਰੇ ਸਵਾਸਾਂ ਦਾ ਮਾਲਕ ਤੂੰ ਖੁਦ ਆਪ ਹੈ। ਤੂੰ ਹੀ ਮੇਰਾ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ ਹੈ। ਚਰਨ ਕਮਲ ਕਾ ਆਸਰਾ। ਪ੍ਰਭ ਪੁਰਖ ਗੁਣਤਾਸ। ਪ੍ਰਭੂ ਪਰਮਾਤਮਾ ਪੁਰਖ ਉਹ ਗੁਣਾਂ ਦਾ ਖਜ਼ਾਨਾ ਸਾਡਾ ਸਹਾਰਾ ਹੈ। ਅੱਗੇ ਰਹਾਉ ਦੇ ਬੰਦ ਵਿੱਚ ਜ਼ਿਕਰ ਕਰਦੇ ਨੇ ਪਾਤਸ਼ਾਹ ਜੀ, ਕੀਰਤਨ ਨਾਮ ਸਿਮਰਤ ਰਹੂੰ। ਮੈਂ ਹਰ ਵਕਤ ਪਰਮਾਤਮਾ ਜੀਓ ਵਾਹਿਗੁਰੂ ਜੀ ਮੇਰੇ ਤੇ ਬਖਸ਼ਿਸ਼ ਕਰੋ, ਕੀਰਤਨ ਕਰਦਾ ਰਹਾ। ਇੱਥੇ ਥੋੜਾ ਜਿਹਾ ਇਉਂ ਵੀ ਸਮਝਣਾ ਪਊ ਵੀ ਜਦੋਂ ਗੱਲ ਕੀਰਤਨ ਦੀ ਆਉਂਦੀ ਹੈ ਨਾ, ਤੇ ਸ਼ਾਇਦ ਸਾਡੇ ਮਨ ਦਾ ਇੱਕ ਵਹਿਮ ਹੁੰਦਾ, ਭੁਲੇਖਾ, ਵੀ ਅਸੀਂ ਕੀਰਤਨ ਤਾਂ ਕਰਾਂਗੇ ਜੇ ਸਾਜ਼ ਵਜਾਉਣ ਜਾਣਦੇ ਹੋਵਾਂਗੇ। ਜਦੋਂ ਅਸੀਂ ਕੋਈ ਸਾਜ਼ ਨਹੀਂ ਵਜਾਉਣ ਜਾਣਦੇ ਤਾਂ ਕੀਰਤਨ ਕਿਵੇਂ ਕਰ ਸਕਦੇ ਆ? ਪਰ ਕੀਰਤਨ ਦਾ ਜਿਹੜਾ ਅਰਥ ਇੱਥੇ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਕਰਦੇ ਨੇ, ਉਹ ਕਹਿੰਦੇ ਨੇ ਪ੍ਰਭੂ ਦੀ ਕੀਰਤੀ। ਪਰਮਾਤਮਾ ਪਰਮੇਸ਼ਰ ਦੇ ਗੁਣ ਗਾਉਣੇ, ਕਥਾ ਦੇ ਰੂਪ ਚ, ਗੁਰਬਾਣੀ ਕਾਵਿ ਰੂਪ ਚ ਪੜ੍ਹਨੀ, ਗੁਰਬਾਣੀ ਨੂੰ ਵਿਆਖਿਆ ਦੇ ਰੂਪ ਵਿੱਚ ਸਮਝਣਾ ਜਾਂ ਸਮਝਾਉਣਾ, ਖੁਦ ਵੀ ਸਮਝਣਾ ਹੁੰਦਾ, ਤੇ ਕੁਦਰਤ ਦੇ ਪਸਾਰੇ ਵਿੱਚੋਂ ਪਰਮਾਤਮਾ ਦੀ ਵਡਿਆਈ ਕਰਨੀ। ਵਾਹ, ਆਪਣੇ ਪਰਿਵਾਰ ਨੂੰ ਵੇਖ ਕੇ ਉਹ ਪਰਮੇਸ਼ਰ ਪਰਮਾਤਮਾ ਦੀ ਵਡਿਆਈ ਕਰਨੀ, ਆਪਣੇ ਆਪ ਨੂੰ ਵੇਖ ਕੇ ਪ੍ਰਭੂ ਪਰਮਾਤਮਾ ਦੇ ਗੁਣ ਗਾਉਣੇ। ਬਸ ਉਹਦਾ ਸ਼ੁਕਰਾਨਾ ਕਰਨਾ ਹੀ ਰੱਬ ਦੀ ਕੀਰਤੀ ਹੈ। ਰੱਬ ਦੀ ਕੀਰਤੀ ਉਹ ਪਰਮੇਸ਼ਰ ਪਰਮਾਤਮਾ ਦਾ ਸ਼ੁਕਰਾਨਾ ਕਰਨਾ। ਫਿਰ ਇੱਥੇ ਸਾਨੂੰ ਇਹ ਭੁਲੇਖਾ ਨਹੀਂ ਰਹਿ ਜਾਣਾ ਚਾਹੀਦਾ ਵੀ ਸਾਜ਼ਾਂ ਤੇ ਕੀਰਤਨ ਕਰਨ ਨੂੰ ਹੀ ਕੇਵਲ ਕੀਰਤਨ ਮੰਨਿਆ ਜਾਂਦਾ। ਕੀਰਤਨ ਰੱਬੀ ਵਡਿਆਈ, ਕੀਰਤੀ ਰੱਬ ਦਾ ਕੀਰਤ, ਜਸ ਕਰਨਾ, ਵਡਿਆਈ ਕਰਨੀ। ਫਿਰ ਪਾਤਸ਼ਾਹ ਨੇ ਦੱਸਿਆ ਕੀ ਆ, ਕਹਿੰਦੇ ਕੀਰਤਨ ਨਾਮ ਸਿਮਰਤ ਰਹੂੰ। ਮੈਂ ਕੀਰਤਨ ਕਰਦਾ ਰਵਾਂ। ਮੇਰੀ ਬੇਨਤੀ ਆ, ਮੈਂ ਕੀਰਤਨ ਕਰਦਾ ਰਵਾਂ, ਕਦੇ ਮੈਨੂੰ ਕੀਰਤਨ ਨਾਲੋਂ ਨਾ ਤੋੜੀ। ਦੇਖੋ ਇੱਥੇ ਪੰਜਵੇਂ ਪਾਤਸ਼ਾਹ ਨੇ ਸਾਨੂੰ ਸਮਝਾਉਣ ਦੇ ਲਈ ਨਾ ਇੱਕ ਵਾਹਿਗੁਰੂ ਜੀ ਅੱਗੇ ਬੇਨਤੀ ਕੀਤੀ ਆ, ਸਮਝਾਇਆ ਸਾਨੂੰ ਆ। ਬੇਨਤੀ ਪੰਜਵੇਂ ਪਾਤਸ਼ਾਹ ਨੇ ਆਪ ਕੀਤੀ ਆ ਵੀ ਹੇ ਪ੍ਰਭੂ ਪਰਮਾਤਮਾ ਜੀ, ਮੈਂ ਤੇਰੀ ਕੀਰਤੀ ਨਾਲ ਜੁੜਿਆ ਰਵਾਂ। ਮਤਲਬ ਕਦੇ ਉਹ ਵਕਤ ਨਾ ਆਵੇ ਜਦੋਂ ਮੈਂ ਤੇਰੇ ਨਾਲੋਂ ਟੁੱਟ ਜਾਵਾਂ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਕੀਰਤਨ ਨਾਮ ਸਿਮਰਤ ਰਹੂੰ, ਜਬ ਲਗ ਰਵਸਾਸ। ਹੇ ਵਾਹਿਗੁਰੂ ਜੀ, ਜਿੰਨਾ ਟਾਈਮ ਮੇਰੇ ਘਟ ਦੇ ਵਿੱਚ, ਸਰੀਰ ਦੇ ਵਿੱਚ ਸਾਹ ਨੇ, ਉਨਾ ਟਾਈਮ ਮੈਂ ਤੇਰੇ ਨਾਲੋਂ ਕਦੇ ਵੀ ਨਾ ਟੁੱਟਾਂ। ਕਦੇ ਆਪਾਂ ਕਹਾਣੀ ਸੁਣਦੇ ਆ ਨਾ, ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਸੀ, ਪ੍ਰਮਾਤਮਾ ਜੀ, ਹੇ ਗੁਰੂ ਜੀ, ਮਾਲਕ ਜੀ, ਉਹ ਮੇਰੀ ਬੇਨਤੀ ਆ ਵੀ ਮੈਨੂੰ ਆਖਰੀ ਦਮ ਤੱਕ ਕੋਈ ਏਦਾਂ ਦੀ ਪਰੇਸ਼ਾਨੀ ਨਾ ਝੱਲਣੀ ਪਵੇ ਵੀ ਲੋਕ ਕਹਿਣ ਜਾਂ ਮੈਂ ਸੋਚਾਂ ਵੀ ਮਾਲਕ ਨਾਲੋਂ, ਗੁਰੂ ਨਾਲੋਂ, ਗੁਰੂ ਦਾ ਸਿੱਖ ਟੁੱਟ ਗਿਆ। ਇਹ ਪਰੇਸ਼ਾਨੀ ਹੈ, ਇਹ ਮੈਨੂੰ ਝੱਲਣੀ ਨਾ ਪਵੇ। ਕਦੇ ਬੇਨਤੀ ਕੀਤੀ ਸੀ ਪਹਿਲੇ ਰੂਪ 'ਚ, ਤੇ ਹੁਣ ਰੂਪ ਕਿਹੜਾ ਗਾ? 6ਵਾਂ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਪਹਿਲੇ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਜ਼ਿਕਰ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਵੀ ਆਉਂਦਾ ਵੀ ਬਾਬਾ ਬੁੱਢਾ ਜੀ ਨੇ ਦੋਵਾਂ ਗੁਰੂ ਸਾਹਿਬਾਨਾਂ ਨੂੰ ਆਪਣੇ ਹੱਥਾਂ ਦੇ ਨਾਲ ਖਿਡਾਇਆ, ਪਾਲਿਆ, ਸੰਭਾਲਿਆ ਗਾ। ਐਡੇ ਵੱਡੇ ਭਾਗ ਨੇ।
ਉਹਦੀ ਬੇਨਤੀ ਕਬੂਲ ਕੀਤੀ ਆ ਪਰਮਾਤਮਾ ਨੇ। ਗੁਰੂ ਨੇ ਨਾ ਉਹਦੀ ਬੇਨਤੀ, ਉਹਦੀ ਅਰਜ਼ ਕਬੂਲ ਕੀਤੀ ਆ। ਚੇਤਾ ਰੱਖਿਓ, ਲਾਸਟ ਤੱਕ, ਜਿਹਨੂੰ ਆਪਾਂ ਕਹਿ ਦਿੰਦੇ ਆ ਆਖਰੀ ਦਮ ਤੱਕ, ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਸੇਵਾ ਬਾਬਾ ਬੁੱਢਾ ਜੀ ਨੇ ਛੱਡੀ ਨਹੀਂ। ਬੇਨਤੀ ਕੀਤੀ ਸੀ 12 ਸਾਲ ਦੀ ਉਮਰ 'ਚ, ਤੇ ਸੇਵਾ ਕਦੋਂ ਛੁੱਟੀ ਹੈ ਗੁਰੂ ਨਾਨਕ ਦੇ ਘਰ ਦੀ? ਜਦੋਂ ਸਰੀਰ ਵਿੱਚੋਂ ਸਵਾਸ ਖਤਮ ਹੋ ਗਈ, ਜਿੰਦ ਨਿਕਲ ਗਈ, ਤੇ ਉਹਨਾਂ ਟਾਈਮ ਸੱਚੇ ਪਾਤਸ਼ਾਹ ਦੀ ਵਡਿਆਈ ਵਿੱਚ ਲੱਗਿਆ ਰਿਹਾ। ਫਿਰ ਪੀੜ੍ਹੀ ਦਰ ਪੀੜ੍ਹੀ ਵੀ ਅੱਗੇ ਚੱਲਦੀ ਆ। ਬਾਬਾ ਬੁੱਢਾ ਜੀ ਦੀ ਅੱਗੇ ਔਲਾਦ, ਫਿਰ ਪੋਤੇ ਪੜੋਤੇ, ਦਸ਼ਮੇਸ਼ ਪਿਤਾ ਬੰਦਾ ਸਿੰਘ ਬਹਾਦਰ ਤੱਕ ਇਹ ਪਹੁੰਚਦੇ ਨੇਗੇ। ਸੋ ਸਤਿਗੁਰੂ ਪਾਤਸ਼ਾਹ ਰਹਿਮਤ ਬਖਸ਼ਣ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਕ ਦਿਨ ਕਹਿੰਦੇ, ਬਾਬਾ ਬੁੱਢਾ ਜੀ ਤੁਹਾਡੀ ਸੇਵਾ ਕਬੂਲ ਆ, ਤੇ ਤੁਸੀਂ ਹੁਣ ਗੁਰੂ ਘਰ ਮਤਲਬ ਗੁਰੂ ਨਾਨਕ ਦੇ ਦਰਬਾਰ ਵਿੱਚ ਤੁਹਾਨੂੰ ਆਉਣਾ ਜਾਣਾ ਔਖਾ, ਤੇ ਤੁਸੀਂ ਨਾ ਆਇਆ ਕਰੋ ਹੁਣ, ਤੇ ਤੁਹਾਨੂੰ ਨਾ ਅਸੀਂ ਇੱਕ ਸਪੈਸ਼ਲ ਤੌਰ ਤੇ 2-4 ਮਨੁੱਖਾਂ ਦੀ ਡਿਊਟੀ ਲਾ ਦਿੰਦੇ ਆ, ਤੇ ਤੁਹਾਨੂੰ ਸਪੈਸ਼ਲ ਲੈ ਕੇ ਆਇਆ ਕਰਨਗੇ। ਜੇ ਤੁਹਾਨੂੰ ਨਹੀਂ ਸਰਦਾ ਗਾ, ਗੁਰੂ ਸਾਹਿਬ ਨੇ ਕਿਹਾ ਗਾ ਵੀ ਜੇ ਨਹੀਂ ਸਰਦਾ, ਤੇ ਬੇਨਤੀ ਕੀ ਕੀਤੀ ਸੀ? ਪਾਤਸ਼ਾਹ ਸ਼ਰਦਾ ਨਹੀਂ ਹੈ, ਭਾਵੇਂ ਸਰੀਰ ਬਿਰਧ ਹੋ ਗਿਆ, ਪਰ ਮੈਂ ਤੇਰਾ ਪੱਲਾ ਨਹੀਂ ਛੱਡਣਾ ਚਾਹੁੰਦਾ ਮਰਦੇ ਦਮ ਤੱਕ। ਕਿਉਂ ਇਹ ਬੇਨਤੀ ਹੋਈ ਵੀ ਹੈ ਮੇਰੀ, ਮੈਂ ਅਰਦਾਸ ਕੀਤੀ ਆ ਧੰਨ ਗੁਰੂ ਨਾਨਕ ਦੇ ਚਰਨਾਂ ਵਿੱਚ, ਤੇ ਮੈਂ ਹੁਣ ਛੱਡਣਾ ਨਹੀਂ ਚਾਹੁੰਦਾ ਇਹ ਸੇਵਾ। ਤੇ ਚੇਤਾ ਰੱਖਿਓ, 6ਵੇਂ ਪਾਤਸ਼ਾਹ ਨੇ ਫਿਰ ਧੰਨ ਬਾਬਾ ਬੁੱਢਾ ਜੀ ਨੂੰ ਗੁਰਦੁਆਰਾ ਸਾਹਿਬ, ਜਾਣੀ ਕਿ ਗੁਰੂ ਨਾਨਕ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਲਿਆਉਣ ਦੇ ਲਈ ਆਪਣੇ ਵੱਲੋਂ ਸੇਵਾਦਾਰ ਲਾਤੇ ਸੀ ਵੀ ਲੈ ਕੇ ਆਉਣਾ, ਜਾ ਕੇ ਲੈ ਕੇ ਆਉਣਾ, ਤੇ ਉਹਨਾਂ ਦੀ ਆਖਰੀ ਦਮ ਤੱਕ ਇਹ ਇੱਛਾ ਪੂਰੀ ਹੋਣੀ ਚਾਹੀਦੀ ਆ। ਕਾਸ਼ ਕਦੇ ਸਾਡੀ ਵੀ ਇਦਾਂ ਦੀ ਬੇਨਤੀ ਗੁਰੂ ਅੱਗੇ ਹੋ ਜਾਵੇ, ਪਾਤਸ਼ਾਹ ਤੋੜੀ ਨਾ, ਪਾਤਸ਼ਾਹ ਵਿਸਰਨ ਨਾ ਦੇਈ, ਫਿਰ ਵਾਹਿਗੁਰੂ ਜ਼ਰੂਰ ਕਿਰਪਾ ਕਰੇਗਾ। ਆਖਰੀ ਦਮ ਤੱਕ, ਭਾਵੇਂ ਅਸੀਂ ਆਖਰੀ ਦਮ ਜਿਹੜੀ ਮਰਜ਼ੀ ਉਮਰ ਵਿੱਚ ਲਈਏ, ਪਰ ਉਦੋਂ ਤੱਕ ਤੇਰੇ ਨਾਲੋਂ ਟੁੱਟ ਗਏ ਨਾ। ਤੇ ਪਿਆਰ ਵਾਲੇ, ਹੁਣ ਤਾਂ ਸਾਡੀ ਜ਼ਿੰਦਗੀ ਦੀ ਜਿਹੜੀ ਅਵਸਥਾ ਨਾ, ਸਾਡਾ ਜਿਹੜਾ ਸੁਭਾਅ ਗਾ ਇੰਨਾ ਕੁ ਪਤਲਾ ਪੈ ਚੁੱਕਿਆ ਗਾ, ਛੋਟਾ ਜਿਹਾ ਦੁੱਖ ਆਉਣ ਤੇ ਅਸੀਂ ਗੁਰੂ ਦਾ ਪੱਲਾ ਛੱਡ ਜਾਂਦੇ ਆ, ਛੋਟਾ ਜਿਹਾ ਮਾਮੂਲੀ ਜਿਹਾ ਦੁੱਖ ਆਉਣ ਤੇ ਦੂਜੀ ਗੱਲ ਜਿਹੜੀ ਬਾਬਾ ਬੁੱਢਾ ਸੀ ਖਾਸ ਸੀ, ਵੀ ਕਈ ਵਾਰੀ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਵੀ ਬੇਨਤੀ ਕੀਤੀ ਸੀ, ਤੁਹਾਨੂੰ ਗੁਰਤਾ ਗੱਦੀ ਦੇ ਦਿੰਦੇ ਆਂਗੇ, ਤੁਹਾਡਾ ਤਜਰਬਾ ਬਹੁਤ ਆ, ਤੇ ਹੱਥ ਬੰਨ੍ਹ ਕੇ ਖੜ ਜਾਂਦੇ ਸੀ, ਨਹੀਂ ਅਸੀਂ ਨਹੀਂ, ਅਸੀਂ ਲਾਇਕ ਨਹੀਂ। ਕਿੰਨੀ ਸੇਵਾ ਕਰਨ ਵਾਲਾ ਕੀ ਕਹਿੰਦਾ, ਮੈਂ ਲਾਇਕ ਨਹੀਂ ਹਾਂ, ਮੈਂ ਇਹ ਸੇਵਾ ਸੰਭਾਲਣ ਦੇ ਲਾਇਕ ਨਹੀਂ ਹਾਂ, ਮੈਂ ਤਾਂ ਤੇਰੀ ਸੇਵਾ ਕਰਕੇ ਰਾਜੀ ਹਾਂ, ਬਸ ਸਾਈਡ ਤੇ ਬਸ। 6 ਗੁਰੂਆਂ ਤੱਕ, ਪਹਿਲੇ ਪਾਤਸ਼ਾਹ ਤੋਂ ਲੈ ਕੇ ਦੂਜੇ ਪਾਤਸ਼ਾਹ, ਤੀਜੇ, ਚੌਥੇ, ਪੰਜਵੇਂ, 6ਵੇਂ ਸਤਿਗੁਰਾਂ ਨੂੰ ਬਾਬਾ ਬੁੱਢਾ ਜੀ ਨੇ ਖੁਦ ਆਪਣੇ ਹੱਥਾਂ ਦੇ ਨਾਲ ਗੁਰਤਾ ਗੱਦੀ ਦਿੰਦੇ ਰਹੇ ਨੇ, ਆਪਣੇ ਹੱਥਾਂ ਦੇ ਨਾਲ। ਚਲੋ ਸੱਚੇ ਪਾਤਸ਼ਾਹ ਮਿਹਰ ਕਰਨਾ। ਅਸੀਂ ਇਸ ਇਸ਼ਾਰੇ ਨੂੰ ਸਮਝਣਾ ਵੀ ਜਿਹੜੀ ਪਹਿਲੇ ਜਾਮੇ 'ਚ ਬੇਨਤੀ ਹੋਈ ਆ, ਤੇ 6ਵੇਂ ਜਾਮੇ ਤੱਕ ਉਹ ਬੇਨਤੀ 125 ਸਾਲ ਦੀ ਉਮਰ ਭੋਗਦਿਆਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਭੋਰੇ ਬਣ ਕੇ, ਪ੍ਰੀਤ ਬਣਾ ਕੇ ਜ਼ਿੰਦਗੀ ਜਿਉਣ ਵਾਲੀ ਮਹਾਨ ਸ਼ਖਸੀਅਤ ਧੰਨ ਬਾਬਾ ਬੁੱਢਾ ਜੀ, ਉਹਨਾਂ ਵਰਗਾ ਸਾਡਾ ਵੀ ਸੁਭਾਅ ਬਣ ਜਾਵੇ, ਬਸ ਆਹੀ ਬੇਨਤੀ ਆ। ਭਾਵੇਂ ਕਿੰਨੂ ਹੀ ਤਕਲੀਫ ਹੋਵੇ, ਗੁਰੂ ਦਾ ਲੜ ਨਾ ਛੱਡੀਏ, ਕਿੰਨੀ ਦੁੱਖ ਹੋਣ, ਗੁਰੂ ਤੇ ਸ਼ਿਕਵਾ ਨਾ ਕਰੀਏ, ਕਿੰਨੀ ਸਾਡੇ ਜੀਵਨ ਦੇ ਵਿੱਚ ਦਿੱਕਤਾਂ ਆ ਜਾਣ, ਗੁਰੂ ਨੂੰ ਲਾਂਭਾ, ਰੱਬ ਨੂੰ ਲਾਂਭਾ ਨਾ ਦੇਈਏ, ਬਿਲਕੁਲ ਨਾ ਦੇਈਏ। ਉਹ ਆਪਣੀ ਮਰਜ਼ੀ ਕਰਦਾ, ਸਾਡੇ ਲਾਂਭੇ ਦੇਣ ਨਾਲ ਕਿਹੜਾ ਆਪਣਾ ਸੁਭਾਅ ਬਦਲ ਲੂਗਾ? ਸਾਡੇ ਉਹ ਲਾਂਭੇ ਦੇਣ ਨਾਲ ਵੀ ਆਪਣਾ ਸੁਭਾਅ ਨਹੀਂ ਬਦਲਦਾ। ਕੌਣ? ਪਰਮਾਤਮਾ। ਇਸੇ ਕਰਕੇ ਕਿਹਾ ਬਸ ਕੀਰਤਨ ਗਾਇਆ ਕਰ, ਕਰਿਆ ਕਰ, ਉਹ ਰੱਬ ਦੇ ਗੁਣ ਗਾਇਆ ਕਰ, ਪਰਮੇਸ਼ਰ ਦੀ ਵਡਿਆਈ ਕਰਿਆ ਕਰ, ਇਹੀ ਹੀ ਤੇਰਾ ਸਭ ਤੋਂ ਵੱਡਾ ਮਨੋਰਥ ਹੈ। ਦੁਬਾਰਾ ਫਿਰ ਆਪਾਂ ਰਹਾਉ ਦੀਆਂ ਤੁਕਾਂ ਨੂੰ ਪੜ੍ਹ ਦਈਏ। ਪਾਤਸ਼ਾਹ ਜ਼ਿਕਰ ਕਰਦੇ ਨੇ, ਚਰਨ ਕਮਲ ਕਾ ਆਸਰਾ, ਪ੍ਰਭ ਪੁਰਖ ਗੁਣ ਤਾਸ। ਮੇਰੇ ਚਰਨਾਂ ਕਮਲਾਂ ਦਾ ਆਸਰਾ ਪ੍ਰਭੂ ਪਰਮਾਤਮਾ ਹੈ। ਹੁਣ ਮੇਰੀ ਬੇਨਤੀ ਹੋਗੀ, ਕੀਰਤਨ ਨਾਮ ਸਿਮਰਤ ਰਹੂੰ, ਕੀਰਤਨ ਮੈਂ ਕਰਦਾ ਰਵਾਂ,
ਕਦੇ ਵੀ ਮੇਰੇ ਕੋਲੋਂ ਕੀਰਤਨ ਭਾਵ ਹਰੀ ਦਾ ਜਸ ਨਾ ਟੁੱਟੇ। ਜਬ ਲਗ ਘਟ ਸਾਸ ਰਹਾਓ, ਜਿੰਨਾ ਟਾਈਮ ਮੇਰੇ ਸਰੀਰ ਦੇ ਵਿੱਚ ਸਾਹ ਚੱਲਦੇ ਨੇ। ਅੱਛਾ, ਇਹ ਬੇਨਤੀ ਇੱਕ ਦਿਨ ਨਹੀਂ, 2 ਦਿਨ ਨਹੀਂ, 4 5 10 ਜਾਂ ਮਹੀਨੇ ਜਾਂ ਸਾਲ ਦੀ ਨਹੀਂ ਕੀਤੀ ਵੀ ਮੈਨੂੰ 2 ਸਾਲ 3 ਸਾਲ 4 ਸਾਲ ਬਸ ਸੇਵਾ ਸਿਮਰਨ ਦਾ ਮੌਕਾ ਦੇ। ਨਾ, ਜਿੰਨਾ ਟਾਈਮ ਸਾਹ ਚੱਲਦੇ ਨੇ ਪਾਤਸ਼ਾਹ ਉਨਾ ਟਾਈਮ ਮੈਥੋਂ ਸੇਵਾ ਨਾ ਖੋਹੀ। ਬੇਨਤੀ ਆ, ਜਿੰਨਾ ਟਾਈਮ ਸਾਹ ਚੱਲਦੇ ਨੇ, ਉਹ ਭਾਵੇਂ ਕੱਲ ਨੂੰ ਮੁੱਕ ਜਾਣ ਕੋਈ ਇਤਰਾਜ਼ ਨਹੀਂ, ਭਾਵੇਂ ਬਿੰਦ ਨੂੰ ਮੁੱਕ ਜਾਣ ਕੋਈ ਇਤਰਾਜ਼ ਨਹੀਂਗਾ, ਪਰ ਜਿੰਨਾ ਟਾਈਮ ਸਾਹ ਚੱਲਦੇ ਨੇ ਬਸ ਉਨਾ ਟਾਈਮ ਮੈਂ ਜੁੜਿਆ ਰਹਾਂ। ਇਉਂ ਕਹਿ ਲੋ ਆਖਰੀ ਸਾਹ ਮੇਰਾ ਤੇਰੇ ਚਰਨਾਂ ਵਿੱਚ ਨਿਕਲੇ। ਬਸ ਬੇਨਤੀ ਆਹੀ ਕਰੀਏ, ਵਾਹਿਗੁਰੂ ਜੀ ਆਖਰੀ ਦਮ ਨਾ ਮੇਰਾ, ਆਖਰੀ ਸਾਹ ਤੇਰੇ ਚਰਨਾਂ ਨਾਲ ਜੁੜਿਆ ਹੋਇਆਂ ਦਾ ਹੀ ਨਿਕਲੇ। ਜਿਵੇਂ ਕਦੇ ਰਾਏ ਬੁਲਾਰ ਨੇ ਬੇਨਤੀ ਕੀਤੀ ਸੀ, ਬਸ ਵਿੱਚੋਂ ਇੱਕ ਇਸ਼ਾਰਾ ਹੀ ਲੈਣਾ ਆਪਾਂ। ਰਾਏ ਬੁਲਾਰ ਬਹੁਤ ਧਨਾੜ ਵਿਅਕਤੀ ਆ, ਛੋਟਾ ਨਹੀਂ, ਅਮੀਰਾਂ ਦੇ ਵਿੱਚ ਨਾਂ ਆਉਂਦਾ ਦਾ, ਤਲਵੰਡੀ ਦਾ, ਹਨਾ। ਤੇ ਬੇਨਤੀ ਕੀ ਕੀਤੀ ਸੀ, ਗੁਰੂ ਨਾਨਕ ਸਾਹਿਬ ਨੂੰ ਮੁੱਢ ਤੋਂ ਲੈ ਕੇ ਅੰਤ ਤੱਕ ਪਿਆਰ ਕਰਦਾ ਰਿਹਾ। ਗੁਰੂ ਨਾਨਕ ਸਾਹਿਬ ਨੂੰ ਮੁੱਢ ਤੋਂ ਲੈ ਕੇ ਅੰਤ ਤੱਕ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਦਾ ਰਿਹਾ। ਬੇਨਤੀ ਗੁਰੂ ਸਾਹਿਬ ਨਾਲ ਜਦੋਂ ਵੀ ਪ੍ਰਚਾਰਕ ਦੌਰੇ ਤੇ ਜਾਂਦੇ ਤੇ ਰਾਏ ਬੁਲਾਰ ਨੂੰ ਮਿਲ ਕੇ ਜਾਂਦੇ ਸੀ। ਜਦੋਂ ਗੁਰੂ ਸਾਹਿਬ ਨਾਲ ਕਿਸੇ ਵੀ ਦੂਰ ਨੇੜੇ ਪ੍ਰਚਾਰਕ ਦੌਰੇ ਤੇ ਜਾਂਦੇ, ਰਾਏ ਬੁਲਾਰ ਕੋਲੇ ਹੋ ਕੇ ਜਾਂਦੇ ਸੀਗੇ। ਕਿਉਂ? ਕਿਉਂਕਿ ਜਿੱਥੇ ਨੇੜਤਾ ਹੋਵੇ ਬੰਦਾ ਉੱਥੇ ਆਪਣਾ ਮੇਲ ਜੋਲ ਕਰ ਹੀ ਲੈਂਦਾ ਹੈਗਾ, ਵੀ ਚਲੋ ਆਪਾਂ ਫਲਾਨਾ ਸਿੰਘ ਆਪਣੇ ਨੇੜੇ ਆ, ਮਿੱਤਰ ਆ, ਉਹਨੂੰ ਦੱਸ ਜੀਏ ਵੀ ਅਸੀਂ ਚੱਲੇ ਆ ਭਾਈ। ਜਦੋਂ ਗੁਰੂ ਨਾਨਕ ਸਾਹਿਬ ਜਾਂਦੇ ਸੀ ਰਾਏ ਬੁਲਾਰ ਨੂੰ ਮਿਲ ਕੇ ਜਾਂਦੇ ਸੀ, ਤੇ ਰਾਏ ਬੁਲਾਰ ਕੀ ਕਹਿੰਦਾ ਸੀ, ਸੱਚੇ ਪਾਤਸ਼ਾਹ ਛੇਤੀ ਮੁੜੇਈ। ਰਾਏ ਬੁਲਾਰ ਦੀ ਬੇਨਤੀ ਕੀ ਸੀ, ਸੱਚੇ ਪਾਤਸ਼ਾਹ ਛੇਤੀ ਮੁੜੇਈ, ਬਹੁਤਾ ਟਾਈਮ ਨਾ ਲਾਈ। ਤੇ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਸੀ, ਕਿਉਂ ਭਾਈ, ਕੀ ਗੱਲ, ਛੇਤੀ ਮੁੜਨ ਦੇ ਕਿਉਂ ਬੋਲੇ ਨੇ, ਕੀ ਗੱਲ, ਕਿਉਂ ਕਹੇ ਨੇ ਗੱਲ। ਪਾਤਸ਼ਾਹ ਪਤਾ ਨਹੀਂ ਕਦੋਂ ਇਹ ਸਰੀਰ ਦੇ ਵਿੱਚੋਂ ਸਵਾਸ ਪੂਰੇ ਹੋ ਜਾਣ, ਤੇ ਮੇਰੀ ਤਮੰਨਾ, ਮੇਰੀ ਭਾਵਨਾ ਵੀ ਮੇਰਾ ਜਿਹੜਾ ਆਖਰੀ ਸਾਹ ਉਹ ਤੇਰੇ ਚਰਨਾਂ ਵਿੱਚ, ਤੇਰੀ ਗੋਦੀ 'ਚ ਨਿਕਲੇ। ਹਾਲਾਂਕਿ ਜਦੋਂ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਨਾ, ਤੇ ਰਾਏ ਬੁਲਾਰ ਉਦੋਂ ਜਵਾਨ ਸੀ, ਪੂਰਾ ਜਵਾਨ, ਜਾਣੀ ਕਿ ਘੱਟੋ ਘੱਟ 12-15 ਸਾਲਾਂ ਦਾ ਫਰਕ ਸੀਗਾ ਦੋਵਾਂ ਜਣਿਆਂ ਦਾ ਆਪਸ ਵਿੱਚ ਉਮਰ ਦਾ, ਦੋਵਾਂ ਜਣਿਆਂ ਦਾ ਫਰਕ ਸੀਗਾ। ਪਰ ਫਿਰ ਵੀ ਰਾਏ ਬੁਲਾਰ ਉਮਰ ਕਰਕੇ ਵੱਡਾ ਹੋਣ ਦੇ ਬਾਵਜੂਦ ਗੁਰੂ ਨਾਨਕ ਸਾਹਿਬ ਦਾ ਸਤਿਕਾਰ ਕਰਦਾ ਸੀ। ਇਹ ਨਹੀਂ ਸੀ ਮੰਨਦਾ ਵੀ ਛੋਟਾ ਗਾ, ਸਤਿਕਾਰ ਕਰਦਾ ਸੀ। ਬੇਨਤੀ ਕਰਦਾ ਇਸ ਪਾਤਸ਼ਾਹ ਛੇਤੀ ਮੁੜ ਆਇਓ। ਗੁਰੂ ਸਾਹਿਬ ਕਹਿੰਦੇ ਕਿਉਂ? ਕਹਿੰਦਾ ਇਸ ਕਰਕੇ ਆ ਦੇਹ ਚੋਂ ਪਤਾ ਨਹੀਂ ਸਾਹ ਕਿੱਦੇ ਮੁੱਕ ਜਾਣ, ਤੇ ਮੇਰੀ ਤਮੰਨਾ। ਗੁਰੂ ਸਾਹਿਬ ਕਹਿੰਦੇ ਦੱਸ ਦੇ ਫਿਰ। ਤਮੰਨਾ ਇਹੀ ਆ ਵੀ ਜਿੱਦੇ ਮੇਰਾ ਆਖਰੀ ਦਮ ਹੋ ਤੇ ਤੇਰੀ ਗੋਦੀ 'ਚ ਨਿਕਲੇ, ਤੇਰੀ ਗੋਦੀ 'ਚ ਨਿਕਲ, ਜਿੱਦੇ ਆਖਰੀ ਦਮ ਹੋਊਗਾ। ਤੇ ਤੁਸੀਂ ਇਹ ਪੂਰਾ ਜੀਵਨ ਗੁਰੂ ਨਾਨਕ ਸਾਹਿਬ ਦਾ ਸੁਣਿਆ ਸਾਰਿਆਂ ਨੇ। ਰਾਏ ਬੁਲਾਰ ਦਾ ਜਦੋਂ ਆਖਰੀ ਦਮ ਨਿਕਲਣਾ ਸੀ ਨਾ, ਤੇ ਆਖਰੀ ਦਮ ਜਾਨੀ ਕਿ ਬੁੱਢੇ ਹੋਏ ਦਾ ਇੱਕ ਪੱਖ ਬਣ ਗਿਆ ਸੀ, ਜੋ ਸਾਡੇ ਇਤਿਹਾਸ ਨੇ ਪੇਸ਼ ਕੀਤਾਗਾ। ਬੁੱਢੇ ਹੋਣ ਵੇਲੇ ਰਾਏ ਬੁਲਾਰ ਨੇ ਆਪਣੇ ਘਰੇ ਕਹਿਤਾ ਸੀਗਾ ਵੀ ਘਰ ਦਾ ਦਰਵਾਜ਼ਾ ਖੋਲ ਕੇ ਰੱਖਿਓ, ਬੰਦ ਨਾ ਕਰਿਓ। ਕਿਉਂ? ਕਿਉਂਕਿ ਗੁਰੂ ਨਾਨਕ ਸਾਹਿਬ ਪਤਾ ਨਹੀਂ ਕਦੋਂ ਆਉਣ, ਕਿਤੇ ਆਵਾਜ਼ਾਂ ਮਾਰ ਕੇ ਨਾ ਉਹ ਵਾਪਸ ਹੀ ਨਾ ਮੁੜ ਜਾਣ, ਤੇ ਆਪਾਂ ਬਾਰ ਨਾ ਖੁੱਲ ਗਏ, ਦਰਵਾਜ਼ਾ ਨਾ ਖੁੱਲ ਗਏ। ਤੇ ਦਰਵਾਜ਼ਾ ਖੋਲ ਕੇ ਰੱਖਿਓ, ਖੋਲ ਕੇ। ਆਖਰਕਾਰ ਤਮੰਨਾ ਕੀ ਆ ਵੀ ਗੁਰੂ ਆਵੇ ਤੇ ਸਿੱਧਾ ਮੇਰੇ ਕੋਲ ਹੀ ਆਵੇ। ਆਖਰੀ ਦਮ ਪਤਾ ਲੱਗ ਜਾਂਦਾ ਨਾ ਵੀ ਹੁਣ ਮਹੀਨਾ 2 ਮਹੀਨੇ 4 ਮਹੀਨੇ ਬੰਦਾ ਕੱਟੂਗਾ, ਕਿਉਂਕਿ ਲਾਸਟ ਸਟੇਜ ਤੇ ਹੈਗਾ। ਪਰ ਗੁਰੂ ਸਾਹਿਬ ਜ਼ਰੂਰ ਆ ਕੇ ਮਿਲੇ ਸੀ। ਸੱਚਮੁੱਚ ਗੁਰੂ ਨਾਨਕ ਸਾਹਿਬ ਦੀ ਗੋਦੀ 'ਚ, ਬੁੱਕਲ 'ਚ ਆਖਰੀ ਸਾਹ ਨਿਕਲਿਆ ਸੀ ਰਾਏ ਬੁਲਾਰ ਦਾ। ਇੱਕ ਆਪਾਂ ਨੂੰ ਪਤਾ ਹੈਗਾ ਪਿੰਡ ਗੰਡੂਆਂ ਦਾ ਭਾਈ ਮੋਂਗਲੂ, ਉਹਨੇ ਵੀ ਬੇਨਤੀ ਕੀਤੀ ਸੀ ਕਦੇ। ਪਿੰਡ ਗੰਡੂਆਂ ਦੇ ਵਿੱਚ ਨਾ 2 ਗੁਰਦੁਆਰਾ ਸਾਹਿਬ ਨੇ 9ਵੇਂ ਪਾਤਸ਼ਾਹ ਦੇ, ਨਹੀਂ ਜਿੱਥੇ ਇਤਿਹਾਸਕ ਸਥਾਨ ਹੁੰਦਾ ਤਕਰੀਬਨ ਇੱਕੋ ਹੀ ਹੁੰਦਾਗਾ ਹਰ ਇੱਕ ਪਿੰਡ ਦੇ ਵਿੱਚ, ਜਿੱਥੇ ਵੀ ਕੋਈ ਗੁਰੂ ਸਾਹਿਬ ਗਏ ਨੇਗੇ, ਪਰ ਉੱਥੇ 2 ਨੇਗੇ।
ਇੱਕ ਵਾਰੀ ਗੁਰੂ ਸਾਹਿਬ ਪਹਿਲਾਂ ਆਏ ਨੇ ਤੇ ਇੱਕ ਵਾਰੀ ਸਪੈਸ਼ਲ ਤੌਰ ਤੇ ਜੋ ਭਾਈ ਮੋਂਗਲੂ ਦੀ ਬੇਨਤੀ ਸੀ ਨਾ ਸੱਚੇ ਪਾਤਸ਼ਾਹ, ਜਿੱਦੇ ਮੇਰਾ ਆਖਰੀ ਸਾਹ ਨਿਕਲੂਗਾ ਤੇ ਤੇਰੇ ਚਰਨਾਂ 'ਚ ਹੀ ਨਿਕਲੇ। ਅੱਜ ਦੀ ਅਰਦਾਸ, ਅੱਜ ਦੀ ਭਾਵ ਸ਼ਬਦ ਦੀ ਵਿਆਖਿਆ ਇਹੀ ਆ ਵੀ ਗੁਰੂ ਸਾਹਿਬ ਕਹਿੰਦੇ ਹੇ ਮਾਲਕ ਜੀ, ਹੇ ਪ੍ਰਭੂ ਪਰਮਾਤਮਾ ਜੀ, ਜਿੱਦੇ ਮੇਰਾ ਆਖਰੀ ਸਾਹ ਨਿਕਲੇ ਨਾ ਤੇਰੇ ਚਰਨਾਂ 'ਚ ਹੀ ਨਿਕਲੇ। ਹੁਣ ਤੇਰੇ ਚਰਨਾਂ ਤੋਂ ਭਾਵ ਕੀ ਹੈ ਵੀ ਸਾਡੀ ਸੁਰਤ ਤੇਰੇ ਨਾਲ ਹੀ ਜੁੜੀ ਹੋਵੇ, ਕਿਤੇ ਉਹਦੇ ਨਾ ਸੁਰਤ ਨੂੰਹਾਂ ਧੀਆਂ 'ਚ ਨਾ ਤੁਰੀ ਫਿਰਦੀ ਹੋਵੇ ਤੇ ਵਗ ਜਾਂਦੀ ਆ ਕੁਦਰਤੀ। ਬੁੱਢੇ ਬੰਦੇ ਦੀ ਨਾ ਸੁਰਤ ਤਕਰੀਬਨ ਆਪਣੇ ਪਰਿਵਾਰ ਦੇ ਵਿੱਚ, ਦੇਣ ਲੈਣ ਦੇ ਵਿੱਚ, ਜ਼ਮੀਨਾਂ ਜਾਇਦਾਦਾਂ ਦੇ ਵਿੱਚ, ਘਰ-ਬਾਰ ਦੇ ਵਿੱਚ ਵੜ ਜਾਂਦੀ ਆ ਸੁਰਤ ਜਾ ਕੇ। ਪਰ ਗੁਰੂ ਸਾਹਿਬ ਕੀ ਕਹਿੰਦੇ ਨੇ, ਆਖਰਕਾਰ ਐਂਡ ਤੇ ਸਾਡੀ ਸੁਰਤ ਗੁਰੂ ਨਾਲ ਜੁੜੀ ਹੋਵੇ। ਬਸ ਇੰਨੀ ਕੁ ਸਾਡੀ ਅਵਸਥਾ ਜਿਹੜੀ ਹੈ ਉਹ ਉੱਚੀ ਬਣ ਜਾਵੇ। ਇਹ ਤਾਂ ਬਣੂਗੀ ਜੇ ਅੱਜ ਤੋਂ ਆਪਾਂ ਗੁਰੂ ਨਾਲ ਸੁਰਤ ਜੋੜਾਂਗੇ, ਕਿਉਂਕਿ ਧਿਆਨ ਇੱਧਰ ਜੋੜਾਂਗੇ ਫੇਰ ਹੀ ਉਸ ਟਾਈਮ ਤੇ ਸਾਡਾ ਧਿਆਨ ਜੁੜੂ, ਤੇ ਨਹੀਂ ਭਾਈ ਮੁਸ਼ਕਲ ਹੈ। ਫਿਰ ਅੱਗੇ ਪਾਤਸ਼ਾਹ ਜ਼ਿਕਰ ਕਰਦੇ ਨੇ, ਦਾਸ ਤੇਰੇ ਕੀ ਬੇਨਤੀ, ਤੇਰੇ ਦਾਸ ਦੀ ਬੇਨਤੀ ਹੈ ਕਿ ਰਿੱਧ ਕਰ ਪ੍ਰਗਾਸ, ਮੇਰੇ ਹਿਰਦੇ 'ਚ ਤੂੰ ਆਪਣੀ ਬਾਣੀ ਦਾ ਪ੍ਰਕਾਸ਼ ਕਰ ਦੇ। ਬਾਹਰ ਤਾਂ ਪ੍ਰਕਾਸ਼ ਰੋਜ਼ ਹੀ ਹੁੰਦਾ, ਮੇਰੇ ਹਿਰਦੇ 'ਚ ਤੂੰ ਆਪਣੀ ਬਾਣੀ ਦਾ ਪ੍ਰਕਾਸ਼ ਕਰ ਦੇ। ਇਹ ਦੇਖੋ ਵੀ ਪੰਜਵੇਂ ਪਾਤਸ਼ਾਹ ਨੂੰ ਆਪਾਂ ਹੀ ਨਹੀਂ ਕਹਿ ਸਕਦੇ ਵੀ ਉਹਨਾਂ ਦੇ ਹਿਰਦੇ 'ਚ ਬਾਣੀ ਦਾ ਪ੍ਰਕਾਸ਼ ਨਹੀਂ ਹੈ। ਉਹਦਾ ਖੁਦ ਬਾਣੀ ਦੇ ਕਰਤਾ ਨੇ, ਲਿਖਣ ਹਾਰੇ ਆ, ਰਚਨ ਹਾਰੇ ਆ ਨਾ। ਪਰ ਇਹ ਸਮਝਾਇਆ ਸਾਨੂੰ ਆ ਵੀ ਤੂੰ ਬੇਨਤੀ ਕਰੀ। ਜਿਵੇਂ ਆਪਾਂ ਨਾ ਕਈ ਵਾਰ ਮਾਂ ਜਾਂ ਬਾਪ ਆਪਣੇ ਬੱਚੇ ਨੂੰ ਸਿਖਾ ਕੇ ਤੋਰ ਦਿੰਦੇ ਨੇ ਵੀ ਫਲਾਣੇ ਵਿਅਕਤੀ ਕੋਲੇ ਜਾ ਤੇ ਉਹਨੂੰ ਐ ਕਹਿਦੀ, ਆਹ ਕੰਮ ਲਈ ਨਾ ਉਹਨੂੰ ਕੁਝ ਸਮਝਾ ਕੇ ਤੋਰ ਦਿੰਦੇ, ਐ ਕਹਿਦੀ ਉਹਨੂੰ ਜਾ ਕੇ। ਇਵੇਂ ਜਿਵੇਂ ਪੰਜਵੇਂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਵੀ ਉਹ ਪ੍ਰਭੂ ਪਰਮਾਤਮਾ ਨੂੰ ਨਾ ਤੂੰ ਐ ਕਹਿਦੀ। ਕੀ ਕਹਿਣਾਗਾ, ਦਾਸ ਤੇਰੇ ਕੀ ਬੇਨਤੀ, ਆਪਣੇ ਆਪ ਨੂੰ ਦਾਸ ਮੰਨਣਾ, ਅਹੁਦੇਦਾਰ ਨਹੀਂ, ਦਾਸ ਮੰਨਣਾ ਵੀ ਮੈਂ ਤਾਂ ਤੇਰੇ ਘਰ ਦਾ ਕੁੱਕਰ ਹਾਂ, ਕੁੱਤਾ। ਦਾਸ ਤੇਰੇ ਕੀ ਬੇਨਤੀ ਰਿੱਧ ਮੇਰੇ ਹਿਰਦੇ 'ਚ ਕਰ ਪ੍ਰਗਾਸ, ਮੇਰੇ ਹਿਰਦੇ 'ਚ ਵਾਹਿਗੁਰੂ ਜੀ ਆਪਣੀ ਬਾਣੀ ਦਾ ਪ੍ਰਕਾਸ਼ ਕਰ ਦਿਓ ਮੇਰੇ ਅੰਦਰ। ਠੀਕ ਹੈ ਨਾ, ਜਦੋਂ ਮੇਰੇ ਅੰਦਰ ਪ੍ਰਕਾਸ਼ ਹੋ ਗਿਆ ਫਿਰ ਕੀ ਹੋਊਗਾ, ਤੁਮਰੀ ਕਿਰਪਾ ਤੇ ਪਾਰ ਬ੍ਰਹਮ, ਤੇਰੀ ਕਿਰਪਾ ਤੇਰੀ ਬਖਸ਼ਿਸ਼ ਸਦਕਾ ਦੁੱਖਣ ਕੋ ਨਾਸ, ਫਿਰ ਦੁੱਖਾਂ ਦਾ ਖਾਤਮਾ ਹੋ ਜਾਊਗਾ। ਅੱਛਾ, ਦੁੱਖ ਕਿੱਥੋਂ ਸ਼ੁਰੂ ਹੁੰਦੇ ਨੇ? ਮਨ ਚੋਂ ਹੀ ਸ਼ੁਰੂ ਹੁੰਦੇ ਨੇ, ਅੰਦਰੋਂ ਹੀ। ਦੁੱਖਾਂ ਦਾ ਡਰ ਅੰਦਰੋਂ ਸ਼ੁਰੂ ਹੁੰਦਾ ਹੈਗਾ। ਕਿਸੇ ਵੀ ਚੀਜ਼ ਦਾ ਡਰ ਹੈਗਾ ਜਿਹੜਾ, ਉਹ ਅੰਦਰੋਂ ਪ੍ਰਕਾਸ਼ ਹੁੰਦਾ ਉਹਦਾ ਡਰ ਦਾ। ਦੁੱਖ ਆ, ਕੋਈ ਤਕਲੀਫ ਆ, ਬਾਹਰੀ ਤੌਰ ਤੇ ਕਿਸੇ ਤਰ੍ਹਾਂ ਦਾ ਝੰਜਟ ਆ, ਕੋਈ ਕਲੇਸ਼ ਹੈਗਾ, ਕੋਈ ਵੀ ਆ, ਉਹਦਾ ਅੰਦਰੋਂ ਭਾਵ ਡਰ ਸ਼ੁਰੂ ਹੁੰਦਾ ਹੈਗਾ। ਫਿਰ ਪਾਤਸ਼ਾਹ ਜੀ ਕਹਿੰਦੇ ਜਦੋਂ ਅੰਦਰ ਗੁਰਬਾਣੀ ਦਾ, ਸਿਮਰਨ ਦਾ, ਸੇਵਾ ਦਾ ਪ੍ਰਕਾਸ਼ ਹੋਇਆ ਨਾ, ਫਿਰ ਦੁੱਖ ਆਉਂਦੀ ਨਹੀਂ। ਉਹਨਾਂ ਦੀ ਮਤਲਬ ਜੜ ਹੀ ਖਤਮ ਹੋ ਜੂ ਨਾ। ਜਿਵੇਂ ਉਦਾਹਰਨ ਵੀ ਕਿਸਾਨ ਨੇ ਕੋਈ ਇਦਾਂ ਦੀ ਸਪਰੇਅ ਕਰਤੀ ਵੀ ਪੱਠੇ ਕੱਖ ਪੱਠਾ ਨਦੀਨ ਉਮਰ ਨੂੰ ਹਟ ਗਏ। ਗੁਰੂ ਗੁਰਬਾਣੀ ਦੀ ਇਦਾਂ ਦੀ ਸਪਰੇਅ ਕਰਦਾ ਸਾਡੇ ਮਨ, ਦਿਮਾਗ, ਹਿਰਦੇ 'ਚ ਵੀ ਉੱਥੇ ਦੁੱਖ ਪੈਦਾ ਹੋਣੋਂ ਹਟ ਜਾਂਦੇ ਨੇ। ਬਾਹਰੀ ਸਰੀਰ ਨਾਲ ਹਰਕਤਾਂ ਹੁੰਦੀਆਂ ਰਹਿੰਦੀਆਂ ਨੇ ਪਰ ਦੁੱਖ ਕਰਕੇ ਮਹਿਸੂਸ ਨਹੀਂ ਹੁੰਦਾ। ਚਲੋ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਦੁੱਖਣ ਕੋ ਨਾਸ। ਲਾਸਟ ਵਿੱਚ ਬੇਨਤੀ ਕਰਦੇ ਨੇ, ਮਾਤ ਪਿਤਾ ਬੰਧਪ, ਮਾਂ ਪਿਓ ਬੰਧਪ, ਭੈਣ ਭਰਾ ਰਿਸ਼ਤੇਦਾਰ। ਫਿਰ ਕੌਣ ਆ? ਤੂੰ ਹੈ, ਹੋਰ ਨਹੀਂ ਕੋਈ ਹੈ। ਦੁਨੀਆ ਵਿੱਚ ਰਿਸ਼ਤੇ ਬਹੁਤ ਨੇ ਪਾਤਸ਼ਾਹ, ਪਰ ਉਹਨਾਂ ਰਿਸ਼ਤਿਆਂ ਦੇ ਵਿੱਚੋਂ ਤੇਰੇ ਨਾਲ ਜਿਹੜੀ ਮੇਰੀ ਰਿਸ਼ਤੇਦਾਰੀ ਆ ਨਾ, ਇਹ ਵੱਡੀ ਆ। ਤੂੰ ਮੇਰਾ ਸਭ ਤੋਂ ਵੱਡਾ ਰਿਸ਼ਤੇਦਾਰ ਆ, ਤੇਰੇ ਤੇ ਮੈਨੂੰ ਮਾਣ ਆ। ਸੋ ਵਾਹਿਗੁਰੂ ਕਿਰਪਾ ਕਰੇ ਇਹ ਵਿਚਾਰ ਆ ਜਿਹੜੀ ਜਿੱਥੇ ਗੁਰੂ ਸਾਹਿਬ ਨੇ ਇੱਥੇ ਸਾਨੂੰ ਦੱਸੀ ਆ ਨਾ, ਇਹ ਆਪਾਂ ਆਪਣੇ ਬੱਚਿਆਂ ਨੂੰ ਵੀ ਸਿਖਾਈਏ। ਸੋ ਮਾਲਕ ਕਿਰਪਾ ਕਰੇ। ਜ਼ਰੂਰ ਦੱਸਣਾ ਚਾਹੀਦਾ ਵੀ ਜਿੱਥੇ ਤੁਸੀਂ ਬੈਠੇ ਹੋ, ਆਉਣੇ ਹੋ, ਇਕੱਠੇ ਹੁੰਨੇ ਆ, ਸੰਗਤ ਕਰਦੇ ਆ, ਇਹਦੇ ਤੇ ਸਾਡਾ ਹੱਕ ਆ ਵੀ ਸਾਡਾ ਇਹ ਮਤਲਬ ਸਾਨੂੰ ਇੰਨਾ ਮਾਣ ਹੋਵੇ ਵੀ ਸਾਡਾ ਰਿਸ਼ਤੇਦਾਰ ਆ, ਸਾਡੀ ਮਾਂ, ਸਾਡਾ ਪਿਓ ਆ, ਸਾਡਾ ਬੰਧਪ ਆ, ਭਰਾ ਗਾ, ਸਾਨੂੰ ਮਾਣ ਹੋਵੇ। ਦੁਬਾਰਾ ਪੰਕਤੀ ਪੜ੍ਹ ਲਓ, ਗੁਰੂ ਸਾਹਿਬ ਨੇ ਜਿਹੜੀ ਕਹੀ ਆ, ਮਾਤ ਪਿਤਾ ਬੰਧਪ, ਤੇ ਅੱਗੇ ਕੀ ਕਿਹਾ? ਤੂੰ ਹੈ, ਤੂੰ ਆ, ਹੋਰ ਨਹੀਂ ਕੋਈ ਹੈਗਾ ਗਾ। ਹਾਂ ਰਿਸ਼ਤੇ ਬਹੁਤ ਨੇ ਪਰ ਤੇਰੇ ਨਾਲੋਂ ਮਹਾਨ ਕੋਈ ਰਿਸ਼ਤਾ ਮੇਰਾ ਹੋਰ ਨਹੀਂ ਕੋਈ ਹੈ। ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਨੇ, ਤੂੰ ਸਰਬ ਨਿਵਾਸ,
क्यों तैनू मैं क्यों वड्डा मन्निया, क्यों रिश्तेदार मन्निया, क्यों मां प्यो मन्निया? क्योंकि तेरा वासा सारियां च है। जिने तैनू वेख लिया वो भी मेरा रिश्तेदारी बन जांदा, वो भावें कोई होवे, दूर दा नेड़े दा, कोई व्यक्ति होवे जिहदा तेरे नाल नाता जुड़िया वियागा, वो मेरा आप दा बन जांदा गा। ਹੁਣ सोचो, एक तो साडी वो रिश्तेदारी आ जिन्हों आपां कह दईए कोई नानके दादके इधर उधर जो भी खब्बा सज्जा है, उत्थे सानू थोड़ा जिहा माण हुंदा पर बहुता नहीं हुंदा गा। पर फिर भी आपां कदे कदे कहने आ बगाने तां बगानी हुंदे ने, अपने अंदरों ही आवाज़ निकलदी है ना। पर जिथे गुरु नाल जुड़िया होया व्यक्ति होवे, भावें होवे ओह बगानी, कोई दूजे सूबे दा होवे, दूजी स्टेट दा होवे, भाव जिहदा गुरु नाल नाता जुड़िया मैं ना वो आप दा बन जांदा गा। क्यों? क्योंकि पातशाह जी कहते पहला तो आपां इहनूं अपना बनाउणा भी तूं साडीआं सारियां रिश्तेदारियां पूरदांगा, तूं साडे सारे रिश्ते निभाउणागा। फिर उदों बाद मनुखता नाल मेरा रिश्ता बन जांदा। क्यों बन जांदा? क्योंकि तूं उन्हां दे विच है, तू ना चाह ना, फिर इस करके मेरा रिश्ता बन जाता। हुण पंज प्यारे जिहड़े साजे है ना गुरु साहब ने, उन्हां दी आपस दे विच कोई नेड़ता नहीं है, कोई भी ना कोई एक दूजे नाल उन्हां दा रिश्तेदारी दा मामला, ना कोई भैण भरावां वाला, ना कोई आपां किसी होर तत्थ ते देख लो, ਜਿਹੜੇ ਤੱਥਾਂ ਤੇ ਆਪਾਂ ਵੇਖਦੇ ਨੇ ਵੀ ਉੱਚੀ ਜਾਤ ਦਾ ਹੈ, ਨੀਵੀਂ ਜਾਤ ਦਾ ਹੈ, ਵੱਡਾ ਹੈਗਾ, ਛੋਟਾ ਹੈਗਾ, ਉਮਰ 'ਚ ਵੱਡਾ, ਉਮਰ 'ਚ ਛੋਟਾ ਹੈਗਾ, ਇਦਾਂ ਦਾ ਪੱਖ ਕੋਈ ਵੀ ਵੇਖ ਲਓ ਆਪਾਂ, ਉਹਨਾਂ ਦੀ ਆਪਸ ਵਿੱਚ ਇੱਕ ਵੀ ਵਿਚਾਰਧਾਰਾ ਮਿਲਦੀ ਨਹੀਂ ਗੀ। ਪਰ ਜਦੋਂ ਪੰਜਾਂ ਦੇ ਧਿਆਨ 'ਚ ਗੁਰੂ ਪ੍ਰਵੇਸ਼ ਹੋ ਗਿਆ, ਜਦੋਂ ਪੰਜਾਂ ਦੇ ਦਿਮਾਗ 'ਚ ਨਾ ਗੁਰੂ ਵੜ ਗਿਆ, ਗੁਰੂ ਆ ਵੜਿਆ, ਫਿਰ ਕੀ ਆ, ਫਿਰ ਪੰਜੇ ਪਿਆਰੇ ਇੱਕ ਦੂਜੇ ਦੇ ਬਾਹਲੇ ਨੇੜੇ ਹੋ ਗਏ, ਨਜਾਇਜ਼ ਨੇੜੇ ਹੋ ਗਏ ਨਾ। ਕਿੰਨਾ ਨੇੜੇ ਹੋ ਗਏ? ਫਿਰ ਤਾਂ ਪੰਜ ਪਿਆਰੇ ਇੱਕ ਕਿਹੜੀ ਸਟੇਟ ਦਾ, ਦੂਜਾ ਕਿਹੜੀ ਦਾ, ਤੀਜਾ ਕਿਹੜੀ ਦਾ, ਚੌਥਾ ਕਿਹੜੀ ਦਾ। ਪੰਜਾਂ ਦੀਆਂ ਸਟੇਟਾਂ ਵੀ ਅਲੱਗ-ਅਲੱਗ ਨੇ, ਕੋਈ ਦਿੱਲੀ, ਲਾਹੌਰ, ਕਰਨਾਟਕ, ਗੁਜਰਾਤ, ਅਲੱਗ-ਅਲੱਗ ਆ ਨਾ। ਤੇ ਪਰ ਗੁਰੂ ਪਾਤਸ਼ਾਹ ਦੀ ਕਿਰਪਾ ਕੈਸੀ ਹੋਈ, ਪੰਜਾਂ ਦਾ ਇੱਕੋ ਹੀ ਰੂਪ ਬਣਾਤਾ। ਕਿਉਂ ਬਣਾਇਆ? ਉਹਨਾਂ ਨੂੰ ਫਿਰ ਆਪਦੇ ਰਿਸ਼ਤੇਦਾਰ ਲੱਗਣੋਂ ਹੀ ਹਟ ਗਏ। ਫਿਰ ਤਾਂ ਗੁਰੂ ਦੇ ਸਿੱਖਾਂ ਨਾਲ ਰਿਸ਼ਤੇਦਾਰੀਆਂ ਪੈ ਗਈਆਂ ਉਹਨਾਂ ਦੀਆਂ। ਬਾਬਾ ਲਹਿਣਾ ਜੀ ਕਦੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਉਂਦਾ, ਪਰ ਗੁਰੂ ਨਾਨਕ ਸਾਹਿਬ ਦੇ ਨਾਲ ਨੇੜ ਦੀ ਵੀ ਕੋਈ ਰਿਸ਼ਤੇਦਾਰੀ ਨਹੀਂ ਉਹਦੀ ਹੈ। ਇੱਕ ਨੇੜ ਦੀ, ਨਾ ਦੂਰ ਦੀ ਨਾ ਨੇੜੇ ਦੀ, ਕੋਈ ਰਿਸ਼ਤੇਦਾਰੀ ਨਹੀਂ, ਕੋਈ ਜਾਣ ਨਹੀਂ, ਕੋਈ ਪਹਿਚਾਣ ਨਹੀਂ, ਕੁਛ ਨਹੀਂ ਹੈ। ਪਰ ਬਾਬਾ ਲਹਿਣਾ ਜੀ ਨੇ ਆਪਣੀਆਂ ਸਾਰੀਆਂ ਰਿਸ਼ਤੇਦਾਰੀਆਂ ਤੋੜਤੀਆਂ, ਸਾਰੀਆਂ ਤੋੜਤੀਆਂ। ਕਹਿੰਦਾ ਜਿੱਥੇ ਮਰਜ਼ੀ ਜਾਓ। ਤੇ ਕਦੇ ਰਿਸ਼ਤੇਦਾਰ ਆਏ ਵੀ ਸੀ ਉਹਦੇ ਕੋਲੇ, ਹੈ ਨਾ, ਆਏ ਵੀ ਸੀ ਨਾ, ਤੇ ਆ ਕੇ ਕਹਿੰਦੇ ਸੀਗੇ, ਲੈ ਤੂੰ ਹੀ ਗੋੜੇ ਖਾਨਾ ਫਿਰਦਾਂਗਾ, ਉਹੀ ਤੁਰਿਆ ਫਿਰਦਾ, ਰੁਲਿਆ ਖੁਲਿਆ ਜਾ, ਤੂੰ ਘਰੇ ਚੱਲ ਮੌਜ ਕਰ, ਤੇਰੇ ਘਰੇ ਕੀ ਕੁਛ ਹੈ ਹੀ ਨਹੀਂਗਾ। ਉਹ ਕਹਿੰਦਾ ਜਿਹੜਾ ਕੁਛ ਇੱਥੋਂ ਮਿਲਦਾ ਨਾ ਉਹ ਘਰੋਂ ਨਹੀਂ ਮਿਲਦਾ, ਨਾ ਤੁਹਾਡੇ ਕੋਲੋਂ ਮਿਲੇ। ਮਤਲਬ ਉੱਥੇ ਜਿਹੜੀਆਂ ਰਿਸ਼ਤੇਦਾਰੀਆਂ ਸੀ ਉਹਨਾਂ ਨੂੰ ਵੀ ਇੱਕ ਵਾਰੀ ਬਾਬਾ ਲਹਿਣਾ ਜੀ ਦੇਖੋ, ਰਿਸ਼ਤੇਦਾਰੀਆਂ ਤੋੜੀਆਂ ਨਹੀਂ, ਦੂਰ ਨਹੀਂ ਕੀਤੀਆਂ, ਪਰ ਵਿਚਾਰਧਾਰਾ ਨਾ ਮਿਲਣ ਕਰਕੇ ਪਾਸੇ ਕਰਤਾ ਸੀ। ਕੋਈ ਨਾ ਜਿੱਦੇ ਲੋੜ ਹੋਈ ਨਾ ਤੁਸੀਂ ਮੇਰੇ ਕੋਲੇ ਆ ਜਿਓ, ਪਰ ਮੈਨੂੰ ਤੁਹਾਡੇ ਤੱਕ ਲੋੜ ਨਹੀਂ ਪੈਂਦੀ। ਆਹ ਗੁਰੂ ਨਾਲ ਜੁੜ ਕੇ ਮਨੁੱਖ ਤੇ ਬਖਸ਼ਿਸ਼ ਹੋ ਜਾਂਦੀ ਹੈ ਨਾ। ਫਿਰ ਗੁਰੂ ਰਾਮਦਾਸ ਮਹਾਰਾਜ ਤੇ ਲਾ ਲਓ, ਕਦੇ ਚਾਚੀਆਂ ਤਾਈਆਂ ਨੇ ਵਾਰ ਬੰਦ ਕਰ ਲਏ ਸੀਗੇ, ਰਿਸ਼ਤੇਦਾਰਾਂ ਨੇ ਵਾਰ ਬੰਦ ਕਰ ਲਏ ਸੀ, ਕੱਲੀ ਨਾਨੂ ਹੀ ਰਹਿ ਗਈ ਸੀ ਨਾ। ਨਾਨੀ ਕੋਲੋਂ ਨੇੜਤਾ ਕਿਹਦੇ ਨਾਲ ਬਣ ਗਈ? ਗੁਰੂ ਅਮਰਦਾਸ ਮਹਾਰਾਜ ਜੀ ਨਾਲ ਬਣ ਗਈ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਕਾਸ਼ ਅੰਦਰ ਹੋ ਗਿਆ, ਇੰਨਾ ਕੁ ਪ੍ਰਕਾਸ਼ ਅੰਦਰ ਤੇਜ਼ ਹੋ ਗਿਆ, ਸਾਰੀਆਂ ਰਿਸ਼ਤੇਦਾਰੀਆਂ ਪਾਸੇ ਕਰਕੇ ਇੱਕੋ ਹੀ ਵੱਡਾ ਰਿਸ਼ਤੇਦਾਰ ਮੰਨ ਲਿਆ। ਕਿਹੜਾ? ਬਸ ਮੇਰਾ ਤਾਂ ਸਭ ਕੁਛ ਤੂੰ ਹੈ। ਇੱਥੇ ਲਿਖਿਆ ਵੀ ਪਾਤਸ਼ਾਹ ਨੇ ਇਹੀ ਆ, ਮਾਤ ਪਿਤਾ ਬੰਧਪ ਤੂੰ ਹੈ। ਵਿਚਾਲੇ ਕੀ ਲਿਖਿਆ? ਤੂੰ ਹੈ। ਬਸ ਅੱਗੇ ਤੂੰ ਸਰਬ ਨਿਵਾਸ। ਜਦੋਂ ਤੇਰੇ ਨਾਲ ਮੇਰਾ ਰਿਸ਼ਤਾ ਜੁੜ ਗਿਆ ਨਾ, ਫਿਰ ਮੇਰਾ ਸਾਰਿਆਂ ਨਾਲ ਹੀ ਜੁੜ ਜਾਊਗਾ। ਕਿਉਂ? ਕਿਉਂਕਿ ਸਾਰਿਆਂ ਦੇ ਵਿੱਚ ਤੂੰ ਆਪ ਪ੍ਰਵੇਸ਼ ਹੈ। ਫਿਰ ਲਾਸਟ ਵਿੱਚ ਪਾਤਸ਼ਾਹ ਜੀ ਕਹਿੰਦੇ, ਨਾਨਕ ਪ੍ਰਭ ਸਰਨਾਗਤੀ ਜਾਂ ਕੋ ਨਿਰਮਲ ਜਾਸ। ਉਹੀ ਹੀ ਮਨੁੱਖ ਪ੍ਰਭੂ ਪਰਮਾਤਮਾ ਦੀ ਸ਼ਰਨ ਦਾ ਭੌਰਾ ਬਣ ਸਕਦਾ। ਮਤਲਬ ਗੁਲਾਬ ਦੇ ਫੁੱਲ ਦਾ ਆਸ਼ਿਕ ਉਹੀ ਬਣ ਸਕਦਾ। ਕਿਹੜਾ? ਜਾਂ ਕੋ, ਜਿਹਦੇ ਅੰਦਰ, ਜਾਂ ਕੋ ਤੋਂ ਭਾਵ ਜਿਹਦੇ ਅੰਦਰ ਨਿਰਮਲ ਜਾਸ, ਜਿਹਦੇ ਅੰਦਰ ਨਿਰਮਲ ਪ੍ਰਭੂ ਪਰਮਾਤਮਾ ਦਾ ਜਸ ਟਿਕਿਆ ਹੋਇਆ।
ਜਿਹਦੇ ਅੰਦਰ ਪ੍ਰਮਾਤਮਾ ਦਾ ਨਿਰਮਲ ਜਸ ਟਿਕਿਆ ਹੋਇਆ, ਵਡਿਆਈ ਟਿਕੀ ਹੋਈ ਆ, ਕੀਰਤੀ ਟਿਕੀ ਹੋਈ ਆ। ਸ਼ੁਰੂਆਤ ਵਿੱਚ ਬੇਨਤੀ ਕੀ ਕੀਤੀ ਸੀ? ਦਾਸ ਤੇਰੇ ਕੀ ਬੇਨਤੀ ਰਿੱਧ ਕਰ ਪ੍ਰਗਾਸ, ਮੇਰੇ ਅੰਦਰ ਪ੍ਰਕਾਸ਼ ਕਰੋ ਆਪਣੀ ਬਾਣੀ ਦਾ। ਤੇ ਲਾਸਟ ਵਿੱਚ ਕੀ ਬੇਨਤੀ ਕੀਤੀ ਆ? ਨਾਨਕ ਪ੍ਰਭ ਸਰਨਾਗਤੀ ਜਾਂ ਕੋ ਨਿਰਮਲ ਜਾਸ। ਦੋਵੇਂ ਥਾਵਾਂ ਤੇ, ਸ਼ੁਰੂ ਵਿੱਚ ਵੀ ਤੇ ਐਂਡ ਵਿੱਚ ਵੀ ਬੇਨਤੀ ਕੀਤੀ ਹੈ, ਮੇਰੇ ਅੰਦਰ ਤੇਰੀ ਬਾਣੀ ਦਾ, ਤੇਰੀ ਸੇਵਾ ਦਾ, ਸਿਮਰਨ ਦਾ ਪ੍ਰਕਾਸ਼ ਹੋ ਜਾਵੇ, ਤਾਂ ਮੇਰਾ ਜੀਵਨ ਸੁਹੇਲਾ ਹੋ ਸਕਦਾ, ਸਫਲ ਹੋ ਸਕਦਾ ਗਾ, ਫਿਰ ਮੈਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਮੰਨ ਸਕਦਾ ਹਾਂ। ਸੋ ਇੱਥੋਂ ਤੱਕ ਹੀ ਸ਼ਬਦ ਦੀ ਵਿਚਾਰ ਸੰਪੂਰਨ। ਧੰਨਵਾਦ ਸਭ ਦਾ। ਬੋਲਦਿਆਂ ਤੋਂ ਵਿਚਾਰਦਿਆਂ ਤੋਂ ਬੜੀਆਂ ਗਲਤੀਆਂ ਰਹਿ ਜਾਂਦੀਆਂ, ਸੰਗਤ ਗੁਰੂ ਬਖਸ਼ਣ ਯੋਗ ਹੈ। ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।